ਨਿਰਪੱਖ ਪੋਸਟ ਤੇ ਆਪਾਂ ਇਸ ਟਾਈਮ ਦਿੱਲੀ ਕੁੰਡਲੀ ਬਾਰਡਰ ਤੇ ਆ। ਜਿਵੇਂ ਕਿ ਅਸੀਂ ਤੁਹਾਨੂੰ ਲਗਾਤਾਰ ਅਪਡੇਟ ਦਿਖਾ ਰਹੇ ਹਾਂ ਤੇ ਅੱਜ ਜਿਹੜੀ ਕਿਸਾਨਾਂ ਨੂੰ ਪ੍ਰਪੋਜ਼ਲ ਵੀ ਭੇਜੀ ਗਈ ਸੀ ਸਰਕਾਰ ਵੱਲੋਂ ਤੇ ਉਸਦੇ ਜਿਹੜਾ ਕਿਸਾਨਾਂ ਵੱਲੋਂ ਪ੍ਰੋਪਰ ਤੌਰ ਤੇ ਉਹਨੂੰ ਖੰਡਨ ਕਰਤਾ, ਬਾਈਕਾਟ ਕਰਤਾ ਵੀ ਉਹ ਸਾਨੂੰ ਮਨਜ਼ੂਰ ਨਹੀਂ। ਤੇ ਉਸਦੇ ਸੰਬੰਧ ਦੇ ਵਿੱਚ ਆਪਾਂ ਗੱਲ ਕਰਾਂਗੇ। ਸਾਡੇ ਨਾਲ ਨੇ ਬਲਦੇਵ ਸਿੰਘ ਸਿਰਸਾ ਜੀ ਜੋ ਕਾਫੀ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਤੇ ਸਰ ਕੀ ਅੱਜ ਦੀਆਂ ਰਹੀਆਂ ਜਿਹੜੀ ਪ੍ਰਪੋਜ਼ਲ ਆਈ ਸੀ ਉਸ ਬਾਰੇ ਥੋੜ੍ਹਾ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੋਈ ਵੀ ਹਮਦਰਦੀ ਜਿਹੜੀ ਹੈ ਉਹ ਤਿਲ ਭਰ ਵੀ ਨਜ਼ਰ ਨਹੀਂ ਆ ਰਹੀ, ਕਿਉਂਕਿ ਪਹਿਲਾਂ ਅਸੀਂ 2 ਮਹੀਨੇ ਰੇਲਵੇ ਟਰੈਕ ਤੇ ਤੁਹਾਡੇ ਸਾਹਮਣੇ ਰਹੇ, ਬੰਦ ਦੇ ਸੱਦੇ ਦਿੱਤੇ। ਇੱਥੇ ਹੁਣ 14 ਦਿਨ ਤੋਂ ਲਗਾਤਾਰ ਇੱਥੇ ਬੈਠੇ ਹਾਂ ਔਰ ਬਹੁਤ ਸਾਰੀਆਂ ਸਾਡੀਆਂ ਮੀਟਿੰਗਾਂ ਕੇਂਦਰ ਸਰਕਾਰ ਦੇ ਨਾਲ ਹੋ ਚੁੱਕੀਆਂ ਨੇ। ਰਾਤੀ ਗ੍ਰਹਿ ਮੰਤਰੀ ਭਾਰਤ ਸਰਕਾਰ ਅਮਿਤ ਸ਼ਾਹ ਦੇ ਨਾਲ ਵੀ ਮੀਟਿੰਗ ਹੋਈ ਸਾਡੇ ਕਿਸਾਨਾਂ ਦੀ। ਉਹਨਾਂ ਨੂੰ ਬੜਾ ਸਪਸ਼ਟ ਕਹਿਤਾ ਸੀ ਕੱਲ੍ਹ ਦੀ ਮੀਟਿੰਗ ਵਿੱਚ ਵੀ, ਉਹ ਪਿਛਲੀ ਹੀ ਜਿਹੜੀ ਸੀ ਉਹ ਰੱਟ ਲਾਉਣੀ ਸ਼ੁਰੂ ਕਰਤੀ ਵੀ ਤੁਸੀਂ ਸੰਸ਼ੋਧਨ ਕਰਾ ਲਓ। ਉਹਨਾਂ ਨੂੰ ਕਹਿਤਾ ਕਿ ਸੰਸ਼ੋਧਨ ਇਹਦੇ ਵਿੱਚ ਬਿਲਕੁਲ ਨਹੀਂ ਸਾਨੂੰ ਮਨਜ਼ੂਰ। ਜਦੋਂ 3 ਤਰੀਕ ਨੂੰ ਤੁਸੀਂ ਮੰਨ ਚੁੱਕੇ ਹੋ ਕਿ ਇਹ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ, ਤੇ ਫਿਰ ਸਾਡੀਆਂ 5 ਤਰੀਕ ਨੂੰ ਵੀ ਜਿਹੜੀ ਸਾਡੀ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚ ਵੀ ਸਾਡੇ ਵੱਲੋਂ ਜਿਹੜਾ ਸੀ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਅਸੀਂ ਤਖਤੀਆਂ ਲਿਖ ਕੇ ਲਾਤੀਆਂ ਵੀ ਯੈਸ ਜਾਂ ਨੋ, ਭਾਵ ਹਾਂ ਜਾਂ ਨਾ। ਅਸੀਂ ਤਿੰਨੇ ਕਾਨੂੰਨ ਜਿਹੜੇ ਖੇਤੀ ਵਿਰੋਧੀ ਨੇ ਉਹ ਰੱਦ ਕਰਾਉਣ ਵਾਸਤੇ, ਬਿਜਲੀ ਸੋਧ ਬਿੱਲ ਰੱਦ ਅਤੇ ਜੋ ਪਰਾਲੀ ਦੇ ਸੰਬੰਧ 'ਚ ਬਣਿਆ ਕਾਨੂੰਨ ਉਹ ਰੱਦ, ਤੇ ਪੂਰੇ ਭਾਰਤ ਵਿੱਚ MSP ਜਿਹੜੀ ਆ ਉਹ ਲਾਗੂ ਕਰਾਉਣ ਵਾਸਤੇ ਜੋ ਤੁਹਾਡੇ ਸਾਹਮਣੇ ਅਸੀਂ ਮੰਗ ਰੱਖੀ ਸੀ ਉੱਤੇ ਅਸੀਂ ਦ੍ਰਿੜ ਹਾਂ। ਜਿੰਨਾ ਚਿਰ ਤੁਸੀਂ ਉਹ ਨਹੀਂ ਕਰੋਗੇ, ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਅਸੀਂ ਕੱਲ੍ਹ ਨੂੰ ਤੁਹਾਨੂੰ ਜਿਹੜੀ ਆ ਉਹ ਲਿਖਤੀ ਪ੍ਰਪੋਜ਼ਲ ਭੇਜ ਦਾਂਗੇ। ਉਹ ਭੇਜਤੀ। ਅੱਜ ਅਸੀਂ ਜਦੋਂ ਮੀਟਿੰਗ ਦੇ ਵਿੱਚ ਇੱਕ ਇੱਕ ਅੱਖਰ ਪੜ੍ਹਿਆ ਤੇ ਉਹਦੇ ਵਿੱਚ ਉਹੀ ਤੋਤਾ ਰੱਟ ਜਿਹੜੀ ਪਹਿਲਾਂ ਸੀ ਉਹੀ ਰਾਤੀ, ਜਿਸ ਕਰਕੇ ਅਸੀਂ ਉਹਨੂੰ ਰੱਦ ਕਰਤਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਜਿਸ ਤਰ੍ਹਾਂ ਸਾਨੂੰ ਦਿੱਲੀ ਜਿਹੜੀ ਆ ਇਹ ਸਰਕਾਰ ਸਾਡੇ ਇਸ ਐਜੀਟੇਸ਼ਨ ਨੂੰ ਫੇਲ ਕਰਨ ਵਾਸਤੇ ਬਹੁਤ ਵੱਡੀਆਂ ਵਿਉਂਤਬੰਦੀਆਂ ਕਰ ਰਹੀ ਹੈ, ਜਿਹੜੀਆਂ ਕਿ ਅਸੀਂ ਪੂਰੇ ਸੰਸਾਰ ਦੇ ਸਾਹਮਣੇ ਉਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਉਹ ਨਸ਼ਰ ਕਰਦੀਆਂ ਨੇ। ਉਹ ਚਾਹੁੰਦੇ ਨੇ ਕਿ ਇਹ ਸੰਘਰਸ਼ ਲੰਬਾ ਚੱਲੇ ਤੇ ਉਹ ਆਪਣੇ ਸ਼ਰਾਰਤੀ ਅਨਸਰਾਂ ਰਾਹੀਂ ਇੱਥੇ ਕੋਈ ਸ਼ਰਾਰਤ ਕਰਵਾ ਕੇ ਤੇ ਜਿਹੜਾ ਇਸ ਇੱਥੇ ਲੋਕਾਂ ਨੂੰ ਬਿਨਾਂ ਕੁਛ ਦਿੱਤਿਆਂ ਜਾਣ ਵਾਸਤੇ ਮਜਬੂਰ ਕਰ ਰਹੇ ਨੇ। ਪਰ ਅਕਾਲ ਪੁਰਖ ਦੀ ਕਿਰਪਾ ਨਾਲ ਉਹਨਾਂ ਵੱਲੋਂ ਭੇਜੇ ਹੋਏ ਸ਼ਰਾਰਤੀ ਅਨਸਰ, ਜਿਵੇਂ ਕਿ 2 ਦਸੰਬਰ ਦੀ ਰਾਤ ਨੂੰ ਲੜਕੀਆਂ 6 ਲੜਕੇ ਸਨ ਤੇ 2 ਲੜਕੀਆਂ ਸੀ, ਜਿਹੜੀਆਂ ਕਿ ਅਸੀਂ ਪੁਲਿਸ ਨੂੰ 6 ਲੜਕੇ ਤਾਂ ਫੜਾਤੇ ਪਰ ਲੜਕੀਆਂ ਨਹੀਂ ਫੜਾਈਆਂ। ਉਹਦਾ ਕਾਰਨ ਸੀ ਕਿ ਸਾਡਾ ਜੋ ਸਿਧਾਂਤ ਹੈ, ਜੋ ਸਾਨੂੰ ਗੁਰੂ ਸਾਹਿਬਾਂ ਦਾ ਉਪਦੇਸ਼ ਹੈ, ਉਸ ਸਿਧਾਂਤ 'ਤੇ ਉਸ ਰਸਤੇ 'ਤੇ ਚੱਲਦੇ ਹਾਂ। ਲੜਕੀਆਂ ਦੇ ਜੀਵਨ ਨੂੰ ਦੇਖਦੇ ਹਾਂ। ਅਸੀਂ ਲੜਕੀਆਂ ਨੂੰ ਤਾਂ ਕੁਛ ਨਹੀਂ ਕਿਹਾ, ਲੇਕਿਨ ਉਹਨਾਂ ਦੀ ਅਸਲੀਅਤ ਸਾਡੇ ਸਾਹਮਣੇ ਸੀ। ਇਹ ਪੁਲਿਸ ਨੂੰ ਅਸੀਂ ਦੱਸ ਦਿੱਤਾ ਕਿ ਲੜਕੀਆਂ ਦੀ ਆ ਨੀਅਤ। ਸਾਡੇ ਇਸ ਅੰਦੋਲਨ ਨੂੰ ਜਾਟ ਜਿਹੜਾ ਹਰਿਆਣੇ 'ਚ ਜਾਟ ਅੰਦੋਲਨ ਪਹਿਲਾਂ ਲੱਗਿਆ ਸੀ, ਜਿਸ ਤਰ੍ਹਾਂ ਉੱਥੇ ਬਲਾਤਕਾਰ ਦੇ ਕੇਸ ਹੋਏ, ਇਸੇ ਤਰ੍ਹਾਂ ਦੀਆਂ ਇੱਥੇ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਵਾਪਰ ਸਕਦੀਆਂ ਸੀ ਤੇ ਜ਼ਿੰਮੇ ਸਾਡੇ ਲਾਉਂਦੀਆਂ ਸੀ, ਜੋ ਕਿ ਅਸੀਂ ਇਹਨਾਂ ਦੇ ਪਰਦੇ ਫਾਸ ਕਰਤੇ। ਉਸ ਤੋਂ ਬਾਅਦ ਵੀ ਕੱਲ੍ਹ ਰਾਤ ਇਹਨਾਂ ਨੇ ਇੱਕ ਹੋਰ ਘਿਨਾਉਣੀ ਹਰਕਤ ਕੀਤੀ ਕਿ ਪੁਲਿਸ ਸ਼ਰਾਬ ਦੇ ਪਊਏ ਤੇ ਅਧੀਏ 2 ਬੈਗ ਭਰ ਕੇ ਤੇ ਉਹ ਮੋਟਰਸਾਈਕਲ ਦਿੱਲੀ ਵੱਲੋਂ ਆਇਆ ਹੈ ਤੇ ਇੱਥੇ ਸਾਡੇ ਨੌਜਵਾਨਾਂ ਨੇ ਉਹਨਾਂ ਨੂੰ ਫੜ ਲਿਆ। ਪੁਲਿਸ ਨੂੰ ਫੋਨ ਕਰਨ ਤੇ ਘੰਟੇ ਬਾਅਦ ਪੁਲਿਸ ਉੱਥੇ ਆਉਂਦੀ ਆ ਤੇ ਉਸ ਫੜੇ ਹੋਏ ਬੰਦੇ ਨੂੰ ਭਜਾ ਦਿੰਦੀ ਆ ਤੇ SHO ਥਾਣੇਦਾਰ ਕਹਿੰਦਾ ਕਿ ਇਹ ਦਿੱਲੀ ਪੁਲਿਸ ਦਾ। ਔਰ ਉੱਥੇ ਇੱਕ ਮੋਟਰਸਾਈਕਲ ਤੇ ਸ਼ਰਾਬ ਜਦੋਂ ਉੱਥੇ ਪਈ ਰਹੀ, ਮੈਂ ਕੱਲ੍ਹ ਰਾਤ ਦਿੱਲੀ ਤੋਂ ਬਾਹਰ ਸੀ, ਜਿਸ ਕਰਕੇ ਥੋੜ੍ਹੀ ਜਿਹੀ ਮੁਸ਼ਕਿਲ ਆਈ। ਪਰ ਉਹ ਨਾ ਤਾਂ ਉਹਨਾਂ ਨੇ ਅਜੇ ਤੱਕ ਮੋਟਰਸਾਈਕਲ ਕਿਹਦਾ ਹੈ, ਸ਼ਰਾਬ ਕਿਹਦੀ ਆ, ਕੁਛ ਨਹੀਂ ਫੜਿਆ। ਜਿਹੜੇ ਪਹਿਲਾਂ ਬੰਦੇ ਫੜਾਏ ਨੇ ਉਹ ਕੁਛ ਨਹੀਂ ਅਜੇ ਤੱਕ ਉਹਨਾਂ 'ਤੇ ਕੀਤਾ। ਸੋ ਜੋ ਸਰਕਾਰ ਦੀ ਪਲੈਨਿੰਗ ਹੈ ਉਹਦੇ ਅਸੀਂ ਪਰਦੇ ਫਾਸ ਕਰਤੇ ਨੇ। ਅੱਜ ਇਸੇ ਕਰਕੇ ਅਸੀਂ ਜਿਹੜੀ ਉਹਨਾਂ ਦੀ ਪ੍ਰਪੋਜ਼ਲ ਸੀ ਉਹਨੂੰ ਰੱਦ ਕਰਤਾ ਤੇ ਅੱਗੋਂ ਤੋਂ 12 ਦਸੰਬਰ ਨੂੰ ਤੱਕ ਅਸੀਂ ਜਿਹੜਾ ਹੈ ਜੈਪੁਰ ਮੇਨ ਹਾਈਵੇ ਉਹ ਵੀ ਬੰਦ,
ਬਾਕੀ ਵੀ ਜਿਹੜੇ ਰੋਡ ਨੇ ਜਿੰਨੇ ਵੀ ਦਿੱਲੀ ਨੂੰ ਜਾ ਰਹੇ ਨੇ ਇਹਦੀਆਂ ਨਾਸਾਂ ਬਿਲਕੁਲ ਬੰਦ ਕੀਤੀਆਂ ਜਾਣਗੀਆਂ, ਸਾਰੇ ਰੋਡ ਬੰਦ ਕੀਤੇ ਜਾਣਗੇ ਅਤੇ 14 ਤਰੀਕ ਨੂੰ ਜਿਹੜਾ ਹੈ ਉਹ ਪੂਰੇ ਭਾਰਤ ਦੇ ਜਿਹੜੇ ਜ਼ਿਲ੍ਹੇ ਨੇ, ਜਿਸ ਤਰ੍ਹਾਂ ਕਿ ਪੰਜਾਬ, ਹਰਿਆਣਾ ਤੇ ਦਿੱਲੀ ਦੇ ਨਾਲ ਲੱਗਵੇਂ ਜਿਹੜੇ ਸੂਬੇ ਨੇ, ਉਹਨਾਂ ਦੇ ਨੇੜੇ ਵਾਲਿਆਂ ਨੂੰ ਛੱਡ ਕੇ ਜਿਹੜੇ ਦੂਰ ਦਰਾਡੇ ਜਿਹੜੇ ਲੋਕ ਇੱਥੇ ਦਿੱਲੀ ਘੱਟ ਆ ਸਕਦੇ ਨੇ, ਵੈਸੇ ਅਸੀਂ ਦਿੱਲੀ ਆਉਣ ਦੀ ਕਾਲ ਦਿੱਤੀ ਸਾਰਿਆਂ ਨੂੰ, ਤੁਸੀਂ ਵੱਧ ਤੋਂ ਵੱਧ ਦਿੱਲੀ ਪਹੁੰਚੋ। 14 ਤਰੀਕ ਨੂੰ ਉਹ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਹਰ ਜ਼ਿਲ੍ਹਾ ਦਫ਼ਤਰ ਦੇ ਅੱਗੇ ਧਰਨੇ ਦੇਣੇ ਆ, ਉੱਥੇ ਰੋਸ ਮੁਜ਼ਾਹਰੇ ਕਰਨੇ ਆ, ਅਤੇ ਜੇ ਹੋ ਸਕੇ ਤਾਂ ਉਹ ਧਰਨੇ ਜਿਹੜੇ ਨੇ ਉਹ ਲਗਾਤਾਰ ਹੋ ਸਕਦਾ ਚੱਲ ਜਾਣ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਰਿਲਾਇੰਸ ਦੇ ਪੰਪ, ਮਾਲ ਤੇ ਟੋਲ ਪਲਾਜ਼ੇ ਬੰਦ ਕੀਤੇ ਨੇ, ਜੀਓ ਦੀਆਂ ਸਿਮਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਕਰਦੇ ਜਾ ਰਹੇ ਹਾਂ। ਇੱਥੇ ਹੁਣ ਹਰਿਆਣੇ ਦੇ ਵਿੱਚ ਵੀ ਟੋਲ ਤੇ ਵਾਂਝੇ ਨੇ। ਇਹ 12 ਤਰੀਕ ਤੋਂ ਅਸੀਂ ਇਹ ਕਹਿ ਦਿੱਤਾ ਹੈ ਕਿ ਇਹਨਾਂ ਨੂੰ ਪੂਰਨ ਤੌਰ 'ਤੇ ਜਿਹੜਾ ਉਹ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ। ਇੱਕ ਸਰ ਜਿਹੜੀ ਕੱਲ੍ਹ ਦੀ ਮੀਟਿੰਗ ਹੋਣੀ ਸੀ 11 ਵਜੇ, ਉਸ ਬਾਰੇ ਉਹ ਕੈਂਸਲ ਹੋ ਗਈ ਹੈ? ਕੋਈ ਨਾ ਤਾਂ ਸਾਨੂੰ ਸੱਦਾ ਪੱਤਰ ਹੀ ਆ ਅਤੇ ਅਸੀਂ ਸਪਸ਼ਟ ਹਾਂ ਕਿ ਕੋਈ ਮੀਟਿੰਗ ਉਸ ਕੱਲ੍ਹ ਤੱਕ ਕੋਈ ਜਿੰਨਾ ਹੁਣ ਅਸੀਂ ਹਾਂ ਜਾਂ ਨਾ ਜੋ ਲਿਖੇ ਲਾ ਸੀ ਉਸ ਫੈਸਲੇ ਤੇ ਅਸੀਂ। ਤੁਹਾਨੂੰ ਕੀ ਲੱਗਦਾ, ਤੁਸੀਂ ਅਮਿਤ ਸ਼ਾਹ ਨੂੰ ਮਿਲੇ ਵੀ ਹੋਣੇ ਹੋ ਜਾਂ ਤੁਹਾਡੀ ਗੱਲਬਾਤ ਹੋਈ, ਤੁਸੀਂ ਕਮੇਟੀਆਂ ਜਾਂਦੇ ਰਹੇ ਹੋ, ਕੀ ਲੱਗਦਾ ਵੀ ਕਿੱਥੇ ਉਹ ਵੈਸੇ ਅੜੀ ਵਾਲਾ ਰਵੱਈਆ ਅਪਣਾ ਰਹੇ ਨੇ ਜਾਂ ਕਾਨੂੰਨਾਂ 'ਚ ਕਿੱਥੇ? ਉਹ ਨੱਕ ਦਾ ਸਵਾਲ ਪਾਈ ਬੈਠੇ ਨੇ। ਉਹ ਇਹ ਗੱਲ ਕਹਿੰਦੇ ਆ ਕਿ ਜੇਕਰ ਅਸੀਂ ਇਹ ਤੁਹਾਡੇ ਵਾਲੇ ਕਾਨੂੰਨ ਜਿਹੜੇ ਆ ਰੱਦ ਕਰ ਸਕਦੇ ਹਾਂ, ਪਰ ਜੇ ਇਹ ਰੱਦ ਕਰਦੇ ਤਾਂ ਅਸੀਂ ਹੋਰ ਵੀ ਬੜਾ ਕੁਝ ਕੀਤਾ ਤੇ ਮੁੜ ਕੇ ਲੋਕ ਉਹਨਾਂ ਦੇ ਖਿਲਾਫ ਵੀ ਉੱਠ ਖਲੋਣਗੇ। ਉਹ ਨੱਕ ਦਾ ਸਵਾਲ ਪਾਈ ਬੈਠੇ ਆ। ਬਾਕੀ ਉਹਨਾਂ ਨੂੰ ਇਹ ਹੈ ਨਾ ਕਿ ਮੋਦੀ ਦੀ ਬੱਲੇ ਬੱਲੇ ਬਣੀ ਆ, ਮੋਦੀ ਨੇ ਕੀ ਕੁਛ ਕੀਤਾ ਹੁਣ ਤੱਕ, ਕਿਹੜੀਆਂ ਕਿਹੜੀਆਂ ਕਰਤੂਤਾਂ ਕੀਤੀਆਂ, ਤੇ ਜਿਹੜਾ ਭਾਰਤ ਦਾ ਗ੍ਰਹਿ ਮੰਤਰੀ ਆ ਉਹ ਕੌਣ ਹੈ? ਉਹ ਆਦਮੀ ਹੈ ਜਿਸ ਦੇ ਖਿਲਾਫ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ, ਔਰ ਚੱਲਦੇ ਕੇਸ ਵਿੱਚ ਉਹਨੂੰ ਸਜ਼ਾ ਹੋਣ ਦੀ ਪੂਰੇ ਸਬੂਤ ਸੰਭਾਵਨਾ ਸੀ। ਉਹਨੇ ਉਸ ਜੱਜ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਹ ਜੱਜ ਖਰੀਦਿਆ ਨਹੀਂ ਗਿਆ। ਉਹਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ, ਉਹ ਦਬਿਆ ਨਹੀਂ, ਤੇ ਉਸ ਤੋਂ ਬਾਅਦ ਉਸ ਜੱਜ ਦਾ ਕਤਲ ਕਰਵਾਇਆ। ਸੋ ਜਿਹੜੇ ਇਸ ਤਰ੍ਹਾਂ ਦੇ ਆਦਮੀ ਅੱਜ ਐਡੀ ਵੱਡੀ ਤਾਕਤ ਜਿਨ੍ਹਾਂ ਨੂੰ ਮਿਲੀ ਹੋਈ ਆ, ਉਹ ਕਿਤੇ ਛੇਤੀ ਨਹੀਂ ਬਣਦੇ। ਪਰ ਸਾਡਾ ਜਿਹੜਾ ਸਬਰ ਦਾ ਪਿਆਲਾ ਹੈ ਉਹ ਭਰਦਾ ਜਾ ਰਿਹਾ। ਫਿਰ ਵੀ ਅਸੀਂ ਜੋ ਮਰਜ਼ੀ ਕਰਨ, ਅਸੀਂ ਸ਼ਾਂਤਮਈ ਸੰਘਰਸ਼ ਸ਼ੁਰੂ ਕੀਤਾ, ਅਸੀਂ ਅੱਜ ਤੱਕ ਸ਼ਾਂਤ ਆ, ਸ਼ਾਂਤਮਈ ਰੱਖਾਂਗੇ। ਅਸੀਂ ਤਾਂ ਇਹ ਗੱਲ ਉਹਨਾਂ ਨੂੰ ਕਹਿਤੀ ਆ ਕਿ ਤੁਸੀਂ ਮਾਰੋ ਸਾਡੇ ਗੋਲੀਆਂ, ਪਰ ਅਸੀਂ ਆਪਣੇ ਨੌਜਵਾਨ ਜਿਹੜੇ ਨੇ ਅੱਜ ਜਿਹੜੇ ਤੁਸੀਂ ਹੁਣ ਵੇਖੋ ਖਲੋਤੇ ਜੇ, ਤੇ ਸਾਰੇ ਨੌਜਵਾਨ, ਕੋਈ ਵੀ ਮੇਰੀ ਉਮਰ ਦਾ 80 ਸਾਲ ਦਾ ਬੰਦਾ ਨਹੀਂ, ਪਰ ਜੇ ਇਸ ਧਰਨੇ ਦੇ ਵਿੱਚ ਅੱਜ ਸਾਡੀਆਂ ਨੌਜਵਾਨ ਬੱਚੀਆਂ, ਸਾਡੀਆਂ ਬਜ਼ੁਰਗ, ਮੇਰੀਆਂ ਭੈਣਾਂ ਅਤੇ ਧੀਆਂ ਜਿਹੜੀਆਂ ਇੱਥੇ ਸੰਘਰਸ਼ ਚੱਲ ਰਹੀਆਂ ਨੇ, ਉਹਨਾਂ ਵਾਸਤੇ ਇੱਥੇ ਕੋਈ ਬਾਥਰੂਮ ਦੀ, ਕੋਈ ਟਾਇਲਟ ਦੀ ਸੁਵਿਧਾ ਨਹੀਂ। ਰਾਤੀ ਤੁਸੀਂ ਵੇਖਿਆ ਹੋਵੇਗਾ ਕਿ 4 ਘੰਟੇ ਲਾਈਟ ਵੀ ਬੰਦ ਨਹੀਂ। ਇਹ ਲਾਈਟ ਬੰਦ ਕਰਨ ਦਾ ਕਾਰਨ ਕੀ ਹੈ? ਇਹ ਸਪਸ਼ਟਤਾ ਕਰਨ। ਤੁਸੀਂ ਇੱਥੇ ਨਾ ਕੋਈ ਤੁਹਾਡੇ ਵੱਲੋਂ ਕੋਈ ਟਾਇਲਟ ਦੀ ਸੁਵਿਧਾ ਹੈ, ਨਾ ਕੋਈ ਬਾਥਰੂਮ ਦੀ ਸੁਵਿਧਾ ਹੈ, ਅਤੇ ਜੇਕਰ ਸਾਡੀਆਂ ਬੱਚੀਆਂ ਉਹਨਾਂ ਨੇ ਕਿਤੇ ਬਾਥਰੂਮ ਜਾਣਾ ਹੈ ਤੇ ਫਿਰ ਇਹ ਦੱਸੋ ਵੀ ਤੁਹਾਡੀ ਉਹ ਤਾਂ ਸੁਵਿਧਾ ਨਹੀਂ, ਤੇ ਲਾਈਟ ਵੀ ਨਹੀਂ, ਤੇ ਵੀ ਤੁਸੀਂ ਲਾਈਟ ਵੀ ਜਿਹੜੀ ਆ ਉਹ ਕਿਉਂ ਬੰਦ ਕੀਤੀ ਹੈ? ਇਹ ਸੰਘਰਸ਼ ਨੂੰ ਲੰਬਾ ਕਿਉਂ ਚਲਾ ਰਹੇ ਹੋ? ਸਿਰਫ ਇੱਕੋ ਇੱਕ ਸੋਚ ਹੈ ਕਿ ਸੰਘਰਸ਼ ਲੰਬਾ ਚੱਲੇਗਾ, ਤੇ ਉਸ ਤੋਂ ਬਾਅਦ ਇੱਥੇ ਸ਼ਰਾਰਤੀ ਅਨਸਰ ਜਿਨ੍ਹਾਂ ਨੂੰ ਉਹ ਭੇਜ ਰਹੇ ਨੇ, ਉਹ ਸ਼ਰਾਰਤੀ ਅਨਸਰ ਸ਼ਰਾਰਤ ਕਰਨਗੇ, ਤੇ ਇਹ ਮੋਰਚਾ ਜਿਹੜਾ ਬਗੈਰ ਕੁਛ ਪ੍ਰਾਪਤੀ ਕੀਤਿਆਂ ਇਹਨੂੰ ਉਹ ਖਦੇੜਨਾ ਚਾਹੁੰਦੇ ਆ। ਪਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਸ ਵਾਰੀ ਤੁਹਾਡੀ ਕੋਈ ਚਾਲ ਨਹੀਂ ਚੱਲੀ। ਇਹਨਾਂ ਨੇ ਕੱਲ੍ਹ ਦੀ ਮੀਟਿੰਗ ਦੇ ਬੜੇ ਭੁਲੇਖੇ ਪਾਏ ਕਿ ਉੱਥੇ 13 ਜਥੇਬੰਦੀਆਂ ਆਈਆਂ, ਜਦੋਂ ਕਿ 13 ਨੁਮਾਇੰਦੇ ਗਏ ਸੀ। ਉਹ ਸਾਡੇ ਵੱਲੋਂ ਗੱਲ ਕਰਨ ਗਏ ਸੀ। ਤੇ ਟੋਟਲ ਜਿਹੜੀਆਂ ਜਥੇਬੰਦੀਆਂ ਹੁਣ ਕਿੰਨੀਆਂ ਜਿਹੜੀਆਂ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਚੁੱਕੀਆਂ? ਦੇਖੋ, ਜਿਹੜੇ ਅਸੀਂ ਪੱਕੇ ਤੌਰ 'ਤੇ ਪੰਜਾਬ ਤੋਂ ਚੱਲਦੇ ਆ ਰਹੇ ਹਾਂ ਉਹ ਪੱਕੇ। ਅੱਗੋਂ ਜਿਹੜੇ ਅਸੀਂ ਇਹ ਸੰਯੁਕਤ ਕਿਸਾਨ ਮੋਰਚਾ ਬਣਾਇਆ, ਭਾਰਤ ਦੀਆਂ ਬਾਕੀ ਜਥੇਬੰਦੀਆਂ ਉਹਨਾਂ ਨੂੰ ਨਾਲ ਜਿਹੜਾ ਉਹ ਮਿਲਾਇਆ, 40 ਤੋਂ ਉੱਪਰ ਨੇ ਇਸ ਟਾਈਮ 'ਤੇ, ਔਰ ਸਾਰੇ ਅਸੀਂ ਇਕੱਠੇ ਮੀਟਿੰਗ ਜਿਹੜੀ ਆ ਉਹ ਇਕੱਠੇ ਮੀਟਿੰਗ ਕਰਦੇ ਹਾਂ। ਅਸੀਂ
ਤੇ ਸੋ ਦੋਸਤੋ ਇਹ ਸਨ ਬਲਦੇਵ ਸਿੰਘ ਜੀ ਸਿਰਸਾ। ਔਰ ਜਿਵੇਂ ਕਿ ਤੁਸੀਂ ਦੇਖਿਆ ਵੀ ਜਿਹੜੀ ਕਿਸਾਨਾਂ ਵੱਲੋਂ ਸਰਕਾਰ ਵੱਲੋਂ ਪ੍ਰਪੋਜ਼ਲ ਆਈ ਸੀ ਉਹ ਬਿਲਕੁਲ ਹੀ ਰੱਦ ਕਰ ਦਿੱਤੀ ਗਈ ਹੈ। ਔਰ 12 ਔਰ 14 ਨੂੰ ਜਿਹੜਾ ਕਿਸਾਨਾਂ ਦਾ ਅਗਲਾ ਪ੍ਰੋਗਰਾਮ ਹੈ, 12 ਨੂੰ ਦਿੱਲੀ ਆਉਣ ਦਾ ਤੇ 14 ਨੂੰ ਜਿਹੜਾ ਪੰਜਾਬ ਦਾ ਔਰ ਪੂਰੇ ਦੇਸ਼ ਦੇ ਵਿੱਚ ਜਿਹੜੇ ਡੀਸੀ ਆਫਿਸਾਂ ਦਾ ਘਰਾਓ ਕਰਨ ਦਾ। ਤੇ ਇਸ ਦੇ ਨਾਲ ਹੀ ਤੁਸੀਂ ਬਣੇ ਰਹੋ ਸਾਡੇ ਨਾਲ, ਅਸੀਂ ਹੋਰ ਵੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।